प्रथम तहलका न्यूज। और चंडीगढ़ से इस वक्त की बड़ी खबर हम आपको बता दें। जी हां, चंडीगढ़ से इस वक्त की बड़ी खबर आ रही है, जहां जेल में बंद लड़की की मां ने गुहार लगाई है। आपको बता दें कि सोनीपत के बुटाना में 2 पुलिसकर्मियों की हत्या के आरोप में जेल में बंद है लड़की, और मां ने अपनी बेटी के लिए इंसाफ की गुहार लगाई है। आपको बता दें कि मां ने पुलिस हिरासत में बेटी के साथ गलत काम करने का आरोप लगाया है, और साथ ही बेटी के साथ पुलिस हिरासत में गलत काम हुआ था, ये मां का कहना है। और उन्होंने कहा है कि जेल में लगातार बेटी की हालत जो है वो बिगड़ती जा रही है, और इस ओर कोई ध्यान नहीं दे रहा, ना तो पुलिस प्रशासन इस ओर ध्यान दे रहा है, जिसकी वजह से बेटी को सही इलाज नहीं मिल पा रहा है। और इसके लिए मां ने अब प्रशासन से मदद की गुहार लगाई है। आपको बता दें कि चंडीगढ़ की संस्था बेखौफ आजादी ने इस मामले में निष्पक्ष जांच की मांग की है। इस वक्त की बड़ी खबर हम आपको बता दें जो चंडीगढ़ से आ रही है। जी, ਇਹ ਨਾ ਮਾਮਲਾ ਸਾਡੇ ਕੋਲੇ ਰਿਪੋਰਟ ਹੋਇਆ ਸੀ ਕਿ ਵਾਇਰ ਦੇ ਵਿੱਚ ਇੱਕ ਨਿਊਜ਼ ਰਿਪੋਰਟਿੰਗ ਆਈ ਸੀਗੀ ਕਿ ਬੁਟਾਨਾ ਜ਼ਿਲ੍ਹਾ ਦੇ ਵਿੱਚ 2 ਦਲਿਤ ਲੜਕੀਆਂ ਨੇ ਪੁਲਿਸ ਵਾਲਿਆਂ ਤੇ ਰੇਪ ਐਕਿਊਜ਼ੇਸ਼ਨਸ ਲਗਾਏ ਨੇ। ਅਸੀਂ ਉਹ ਲੀਡ ਨੂੰ ਫੋਲੋ ਕਰਦੇ ਹੋਏ 21 ਤਰੀਕ ਨੂੰ ਫੈਕਟ ਫਾਈਂਡਿੰਗ ਟੀਮ ਜਿਹੜੀ ਹੈਗੀ ਉਹ ਭੇਜੀ ਸੀਗੀ, ਤੇ ਉਹਦੇ 'ਚ ਇਹ ਸਾਡੇ ਕੋਲੇ ਫੈਕਟਸ ਆਏ ਸੀ ਕਿ 30 ਤਰੀਕ ਦੀ ਰਾਤ ਨੂੰ 4 ਮੁੰਡੇ ਤੇ 2 ਕੁੜੀਆਂ ਜਿਹੜੀਆਂ ਹੈਗੀਆਂ ਨੇ ਉਹ ਰਾਤ ਨੂੰ ਬਾਹਰ ਮਿਲਦੇ ਨੇ। ਪਿੰਡ ਦੇ ਜਿਹੜੇ ਹਰਿਆਲੀ ਕਰਕੇ ਇੱਕ ਪਾਰਕ ਹੈਗਾ ਉੱਥੇ ਮਿਲਦੇ ਨੇ। ਉਹਦੇ 'ਚ ਕੀ ਹੁੰਦਾ ਕਿ 2 ਪੁਲਿਸ ਵਾਲੇ ਜਿਹੜੇ ਹੈਗੇ ਉਹ ਗਸ਼ਤ 'ਤੇ ਆਉਂਦੇ ਨੇ ਉੱਥੇ ਉਸ ਟਾਈਮ 'ਤੇ ਉਹ ਆ ਕੇ ਮੁੰਡੇ, ਜਿਵੇਂ ਪੁਲਿਸ ਵਾਲਿਆਂ ਦਾ ਆਮ ਬਿਹੇਵੀਅਰ ਹੁੰਦਾ, ਉਹ ਆ ਕੇ ਉਹਨਾਂ ਨੂੰ ਕੁਐਸਚਨ ਕਰਦੇ ਨੇ, ਤੇ ਜਿਵੇਂ ਉਹਨਾਂ ਦਾ ਹੁੰਦਾ ਕਿ ਹਾਂ ਵੀ ਕਿਉਂ ਰਾਤ ਨੂੰ ਬਾਹਰ ਐਵੇਂ ਕਰਕੇ ਉਹ ਜਿਹੜਾ ਹੁੰਦਾ ਉਹਦੇ 'ਚ ਗੱਲ ਇੰਨੀ ਕੁ ਅੱਗੇ ਵੱਧ ਜਾਂਦੀ ਹੈ ਕਿਉਂਕਿ ਇੱਕ ਕਪਲ ਜਿਹੜਾ ਹੈਗਾ ਉਹ ਇਕੱਲਾ ਬੈਠਾ ਹੁੰਦਾ ਤੇ 4 ਜਣੇ ਜਿਹੜੇ ਹੈਗੇ ਉਹ ਥੋੜ੍ਹੀ ਦੂਰੀ 'ਤੇ ਬੈਠੇ ਹੁੰਦੇ ਆ, ਤੇ ਉਹ ਕਪਲ ਨੂੰ ਥੋੜ੍ਹਾ ਜ਼ਿਆਦਾ ਇੰਟੈਰੋਗੇਟ ਕਰਨਾ ਸ਼ੁਰੂ ਕਰ ਦਿੰਦੇ ਨੇ। ਉਹਦੇ 'ਚ ਇਹ ਹੁੰਦਾ ਕਿ ਬਾਅਦ ਵਿੱਚ ਛੱਡਣ ਛਡਾਉਣ ਦੀਆਂ ਗੱਲਾਂ ਪਹਿਲਾਂ ਪੈਸੇ 'ਤੇ ਆਉਂਦੀਆਂ ਨੇ, ਬਾਅਦ ਵਿੱਚ ਇਹ ਆ ਜਾਂਦਾ ਕਿ ਐਂ ਕਰੋ ਕਿ ਕੁੜੀ, ਪੁਲਿਸ ਵਾਲੇ ਇਹ ਕਹਿੰਦੇ ਨੇ ਕਿ ਜਿਹੜੀ ਕੁੜੀ ਤੂੰ ਨਾਲ ਬੈਠਾ ਇਹ ਸਾਡੇ ਕੋਲੇ ਛੱਡ ਜਾ ਇੱਕ ਰਾਤ ਦੇ ਲਈ। ਤਾਂ ਉਸ ਤੋਂ ਬਾਅਦ ਇਹ ਮਾਮਲਾ ਥੋੜ੍ਹਾ ਗਰਮ ਹੋ ਜਾਂਦਾ ਤੇ ਮੁੰਡੇ ਕੋਲੇ ਇੱਕ ਚਾਕੂ ਹੁੰਦਾ, ਉਹ ਚਾਕੂ ਦੇ ਨਾਲ ਉਹ ਮੁੰਡਾ ਪੁਲਿਸ ਵਾਲਿਆਂ ਨੂੰ 2 ਨੂੰ ਮੌਕੇ 'ਤੇ ਹੀ ਮਾਰ ਦਿੰਦਾ ਹੈਗਾ, ਜਿਹੜਾ ਇੱਕ ਘਟਨਾ ਹੈਗੀ ਆ। ਇਹ ਹੈਗੀ ਆ 30 ਜੂਨ ਦੀ ਘਟਨਾ। ਉਸ ਤੋਂ ਬਾਅਦ ਵਿੱਚ ਇਹ ਲੀਡ ਨੂੰ ਫੋਲੋ ਕਰਦੇ ਹੋਏ ਪੁਲਿਸ ਇਸ ਦੇ ਮਾਮਲੇ ਦੇ ਵਿੱਚ ਪਿੰਡ ਦੇ ਵਿੱਚ ਜਿਹੜਾ ਹੈਗਾ ਮੇਨ ਪੁਆਇੰਟ ਹੈਗਾ ਉਹ ਵਿਚ ਹੰਟਿੰਗ ਕਰਦੀ ਹੈਗੀ ਆ। ਜਿਹੜੀਆਂ ਵੀ ਘਰਾਂ ਦੇ ਵਿੱਚ 2 ਭੈਣਾਂ ਹੁੰਦੀਆਂ ਨੇ ਉਹ ਹਰ ਮਤਲਬ ਉਹ ਕੁੜੀਆਂ ਨੂੰ ਥਾਣੇ ਬੁਲਾਇਆ ਜਾਂਦਾ, ਉਹਨਾਂ ਨੂੰ ਇੰਟੈਰੋਗੇਟ ਕੀਤਾ ਜਾਂਦਾ ਬੁਰੀ ਤਰ੍ਹਾਂ ਨਾਲ, ਉਹਨਾਂ ਨੂੰ ਕੁਐਸਚਨ ਕੀਤੇ ਜਾਂਦੇ ਆ। ਤੇ ਉਸ ਤੋਂ ਬਾਅਦ ਵਿੱਚ ਜਦੋਂ ਉਹਨਾਂ ਨੂੰ ਇਹ ਲੀਡ ਮਿਲਦੀ ਹੈ ਕਿ ਇਹ ਕੁੜੀਆਂ ਨੇ, ਤਾਂ ਉਹਨੇ 'ਚ ਹੀ ਜਿਹੜੇ ਵਿਕਟਿਮ ਹੈਗੀ ਆ ਉਹ ਆਪਦੀ ਮਦਰ ਨੂੰ ਜਿਹੜਾ ਹੈਗਾ ਉਹ ਸਾਰੀ ਸਟੋਰੀ ਜਿਹੜੀ ਉਹ ਨਰੇਟ ਕਰਦੀ ਹੈਗੀ ਆ। ਤਾਂ ਜਿਹੜੀ ਮਦਰ ਵੀ ਹੈਗੀ ਆ ਉਹ ਉਹਨੇ 'ਚ ਪੁਲਿਸ ਵੀ ਲੀਡ ਫਾਈਂਡ ਆਊਟ ਕਰ ਲੈਂਦੀ ਹੈ। ਤਾਂ ਉਹ ਜਿਹੜੇ ਪੈਰਲਲ ਚੀਜ਼ ਹੈ ਤਾਂ ਮਦਰ ਜਿਹੜੀ ਉਹ ਪੁਲਿਸ ਨੂੰ ਹੈਂਡ ਓਵਰ ਕਰਦੀ ਹੈ ਜਿਹੜੇ ਵਿਕਟਮ, ਤੇ ਵਿਕਟਮ ਦੀ ਜਿਹੜੀ ਕਜ਼ਨ ਹੈਗੀ ਆ ਉਹਨੂੰ 2 ਤਰੀਕ ਨੂੰ। ਤਾਂ ਜਿਹੜਾ ਇਲੀਗਲ ਕਸਟਡੀ ਦੇ ਵਿੱਚ ਜਿਹੜਾ ਹੈਗਾ ਪੁਲਿਸ ਦੇ ਵਿੱਚ ਵਿਕਟਿਮ ਤੇ ਉਹਦੀ ਕਜ਼ਨ ਜਿਹੜੀ ਉਹ ਰਹਿੰਦੇ ਹੈਗੇ 2 ਤੇ 3 ਨੂੰ। ਉਸ ਦੌਰਾਨ ਦੇ ਵਿੱਚ ਜਿਹੜਾ ਹੈਗਾ ਵਿਕਟਿਮ ਦੀ ਐਲੀਗੇਸ਼ਨਸ ਇਹ ਹੈਗੀਆਂ ਨੇ ਕਿ 10 ਤੋਂ ਲੈ ਕੇ 15 ਪੁਲਿਸ ਵਾਲਿਆਂ ਨੇ ਉਹਨਾਂ ਨਾਲ ਰੇਪ ਕੀਤਾ ਹੈਗਾ। ਇਹ ਮਾਮਲਾ ਜਿਹੜਾ ਹੈਗਾ ਉਸ ਤੋਂ ਬਾਅਦ 15 ਤਰੀਕ ਨੂੰ ਜਿਹੜਾ ਹੈਗਾ ਮਦਰ ਨੂੰ ਪਤਾ ਲੱਗਦਾ ਕਿ ਜਿਹੜੇ ਵਿਕਟਿਮ ਤੇ ਉਹਦੀ ਕਜ਼ਨ ਹੈਗੇ ਉਹ ਕਰਨਾਲ ਜੇਲ੍ਹ ਦੇ ਵਿੱਚ ਨੇ। ਉਹ ਉਹਨਾਂ ਨੂੰ ਉੱਥੇ ਮਿਲਣ ਜਾਂਦੇ ਨੇ, ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾਂਦਾ, ਪਰ ਜੇਲ੍ਹ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਆਊਟ ਆਫ ਸਿੰਪਥੀ ਇਹ ਦੱਸਦੇ ਨੇ ਕਿ ਤੁਹਾਡੀ ਕੁੜੀ ਨਾਲ ਬਹੁਤ ਬੁਰਾ ਹੋਇਆ ਹੈ, ਪੁਲਿਸ ਵਾਲਿਆਂ ਨੇ ਬਹੁਤ ਬੁਰਾ ਕੀਤਾ ਹੈ, ਉਹਨਾਂ ਦੀ ਹਾਲਤ ਬਹੁਤ ਗੰਭੀਰ ਹੈ, ਤੁਹਾਨੂੰ ਕੁਝ ਕਰਨਾ ਚਾਹੀਦਾ। ਤਾਂ ਮਦਰ ਉਦੋਂ ਕੋਈ ਵਕੀਲ ਕਰਦੇ ਨੇ, ਉਹ ਵਕੀਲ ਕਰਨ ਤੋਂ ਬਾਅਦ 18 ਤਰੀਕ ਨੂੰ ਉਹ ਆਪਦੀ ਕੁੜੀ ਨੂੰ ਮਿਲਦੇ ਨੇ, ਜਿੱਥੇ ਕੁੜੀ ਪੂਰੀ ਸਟੋਰੀ ਜਿਹੜੀ ਉਹ ਨਰੇਟ ਕਰਦੇ ਆ। ਉਸ ਤੋਂ ਬਾਅਦ ਮਦਰ ਜਿਹੜੀ ਉਹ FIR ਕਰਾਉਂਦੀ ਹੈਗੀ ਆ ਪੁਲਿਸ ਵਾਲਿਆਂ 'ਤੇ। ਤਾਂ ਇਹ FIR ਤੋਂ ਬਾਅਦ ਕੋਈ ਵੀ ਐਕਸ਼ਨ ਜਿਹੜਾ ਪੁਲਿਸ ਵਾਲਿਆਂ 'ਤੇ ਨਹੀਂ ਲਿੱਤਾ ਜਾਂਦਾ ਹੈਗਾ, ਨਾ ਉਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਹੈਗਾ, ਨਾ ਕੋਈ ਇਨਕੁਆਇਰੀ ਬਿਠਾਈ ਜਾਂਦੀ ਹੈਗੀ ਹੈ। ਇਹਦੇ 'ਚ 2 ਮੈਡੀਕਲ ਕਰਵਾਏ ਜਾਂਦੇ ਨੇ, ਪਰ 2 ਮੈਡੀਕਲ 'ਚ ਕੁਛ ਨਹੀਂ ਆਉਂਦਾ ਹੈਗਾ। 2 ਜਿਹੜੇ ਨਾਲ ਬੈਰਕ ਦੇ ਵਿੱਚ ਉਹਨਾਂ ਦੇ ਨਾਲ ਜਿਹੜੇ ਫੀਮੇਲਸ ਰਹਿ ਰਹੇ ਹੈਗੇ ਨੇ, ਜਦੋਂ ਉਹ ਬਾਹਰ ਬੇਲ 'ਤੇ ਆਉਂਦੇ ਨੇ ਉਹ ਆ ਕੇ ਫੈਮਿਲੀ ਨੂੰ ਫੋਨ ਕਰਦੇ ਨੇ ਕਿ ਉਹਨਾਂ ਦੇ ਸਰੀਰਿਕ ਜਿਹੜੀਆਂ ਚੋਟਾਂ ਨੇ ਉਹ ਹੈਗੀਆਂ ਨੇ, ਬਹੁਤ ਗੰਭੀਰ ਚੋਟਾਂ ਨੇ। ਇਵਨ ਉਹਨਾਂ ਦਾ ਇਹ ਕਹਿਣਾ ਹੈ ਕਿ ਕੁੜੀ ਜਿਹੜੀ ਹੈ ਉਹ ਪੂਰੇ 1 ਮਹੀਨੇ ਤੱਕ ਜਿਹੜੀ ਪ੍ਰੋਫਿਊਜ਼ਲੀ ਬਲੀਡ ਕਰਦੀ ਰਹੀ ਹੈਗੀ ਆ, ਤੇ ਪਰ ਕਿਸੇ ਨੇ ਵੀ ਨਾ ਜੇਲ੍ਹ ਅਥਾਰਟੀਜ਼ ਨੇ ਤੇ ਨਾ ਹਾਇਰ ਅਥਾਰਟੀਜ਼ ਨੇ ਇਹਦੀ ਕੋਈ ਕੰਸੀਡਰੇਸ਼ਨ ਨਹੀਂ ਲਈ ਹੈਗੀ। ਤੇ
ਉਸ ਤੋਂ ਬਾਅਦ ਵਿੱਚ ਜਿਹੜੇ ਹੈਗਾ ਇਹਨਾਂ ਦੀ ਵਿਕਟਿਮ ਦੀ ਤੇ ਉਹਦੀ ਕਜ਼ਨ ਦੀ ਜਿਹੜੀ ਬੇਲ ਪਲੀ ਹੈਗੀ ਉਹ ਜੱਜ ਇਹ ਕਹਿ ਕੇ ਰਿਜੈਕਟ ਕਰ ਦਿੰਦਾ ਹੈਗਾ ਕਿ ਪੇਰੈਂਟ ਕਸਟਡੀ ਦੇ ਵਿੱਚ ਜਿਹੜਾ ਹੈਗਾ ਵਿਕਟਿਮ ਤੇ ਉਹਦੀ ਕਜ਼ਨ ਜਿਹੜੀ ਆ ਉਹ ਸੇਫ ਨਹੀਂਗੀ, ਕਿਉਂਕਿ ਆਲਰੇਡੀ ਪੇਰੈਂਟ ਕਸਟਡੀ ਦੇ ਵਿੱਚੋਂ ਹੀ 2 ਵਜੇ ਰਾਤੀ ਉਹ ਘਰੋਂ ਬਾਹਰ ਸੀਗੀ। ਤਾਂ ਸਾਡਾ ਜਿਹੜਾ ਇਹ ਮਾਮਲੇ ਨੂੰ ਚੱਕਣ ਦਾ ਬੇਸਿਕਲੀ ਮੁੱਦਾ ਇਹ ਹੈਗਾ ਕਿ ਖਾਸ ਕਰ ਜਦੋਂ ਅਸੀਂ ਇਹੋ ਜਿਹੀਆਂ ਹਾਲਤਾਂ ਦੇ ਵਿੱਚ ਇਹੋ ਜਿਹੇ ਮਾਹੌਲ ਦੇ ਵਿੱਚ ਰਹਿ ਰਹੇ ਹੋਈਏ ਜਿੱਥੇ ਸਾਨੂੰ ਇਹ ਪਤਾ ਹੈ ਕਿ ਫੀਮੇਲਸ ਦੇ ਅਗੇਂਸਟ ਜਿਹੜੇ ਦਿਨੋਂ ਦਿਨ ਜਿਹੜੇ ਹੈਗੇ ਆ ਆਪਰੇਸ਼ਨ ਜਿਹੜੇ ਹੈਗੇ ਉਹ ਵੱਧ ਰਹੇ ਹੈਗੇ ਨੇ ਤੇ ਰੇਪ ਦੀਆਂ ਘਟਨਾਵਾਂ ਹਰ ਦਿਨ ਨਵੇਂ ਰੂਪ ਦੇ ਵਿੱਚ ਨਵੀਂ ਦਰਿੰਦਗੀ ਦੇ ਰੂਪ 'ਚ ਸਾਡੇ ਸਾਹਮਣੇ ਆ ਰਹੀਆਂ ਹੈਗੀਆਂ ਨੇ। ਉਦੋਂ ਜਦੋਂ ਇਹੋ ਜਿਹੇ ਕੇਸਿਸ ਸਾਡੇ ਸਾਹਮਣੇ ਆਉਂਦੇ ਨੇ ਤੇ ਅਸੀਂ ਇਹਨੂੰ ਨਜ਼ਰਅੰਦਾਜ਼ ਕਰ ਦਿੰਦੇ ਆ। ਉਹ ਸ਼ਾਇਦ ਇਸ ਲਈ ਕਿ ਸਾਨੂੰ ਸ਼ਾਇਦ ਇਹ ਲੱਗਦਾ ਹੈ ਕਿ ਵਿਕਟਿਮ ਹਾਲੇ ਹੈਗੀ ਹੈ, ਜਿੰਦਾ ਹੈਗੀ ਹੈ, ਕਿਉਂਕਿ ਸਾਡਾ ਜਿਹੜਾ ਇਮੋਸ਼ਨਲ ਆਊਟਬਰਸਟ ਹੈਗਾ ਉਹ ਉਦੋਂ ਹੀ ਬਾਹਰ ਆਉਂਦਾ ਹੈਗਾ ਕਿ ਜਦੋਂ ਸਾਨੂੰ ਇਹ ਲੱਗਦਾ ਕਿ ਵਿਕਟਿਮ ਚਲੇਗੀ, ਮਤਲਬ ਮਰ ਗਈ ਹੈ। ਤਾਂ ਸਾਡਾ ਇਹ ਕੇਸ ਨੂੰ ਚੱਕਣ ਦਾ ਹੈ ਕਿ ਸਾਨੂੰ ਇਹ 'ਤੇ ਕੁਐਸਚਨ ਕਰਨਾ ਚਾਹੀਦਾ ਹੈ ਕਿ ਖਾਸ ਕਰ ਜਦੋਂ ਮੰਨ ਲਓ ਕਿ ਵਿਕਟਿਮ ਮਰਡਰ ਅਕਿਊਜ਼ ਵੀ ਹੈਗੀ ਹੈ, ਮਰਡਰ ਦੀ ਜੁਡੀਸ਼ੀਅਲ ਜਿਹੜੀ ਪ੍ਰੋਸੈਸਿੰਗ ਉਹ ਚੱਲਣੀ ਚਾਹੀਦੀ ਹੈ, ਪਰ ਜਿਹੜੀ ਉਹਦੀ ਐਲੀਗੇਸ਼ਨ ਆ ਉਹਦੀ ਅਨਬਾਇਸਡ ਇਨਕੁਆਇਰੀ ਹੋਣੀ ਚਾਹੀਦੀ ਹੈ। ਜਿਹੜੀ ਉਹਨੇ ਐਲੀਗੇਸ਼ਨ ਇਹ ਲਗਾਏ ਨੇ, ਰੇਪ ਐਲੀਗੇਸ਼ਨਸ ਲਗਾਏ ਨੇ ਉਹ 10 ਤੋਂ 15 ਜਿਹੜੇ ਪੁਲਿਸ ਆਫੀਸਰਸ ਤੇ ਜਿਹੜੇ ਆਫੀਸਰਸ ਦਾ ਨਾਮ ਹੈਗਾ FIR ਦੇ ਵਿੱਚ ਉਹਨਾਂ ਨੂੰ ਫੌਰੀ ਤੌਰ ਦੇ ਉੱਤੇ ਸਸਪੈਂਡ ਕਰਨਾ ਚਾਹੀਦਾ ਹੈ। ਕੁੜੀ ਦਾ ਮੈਡੀਕਲ ਜਿਹੜਾ ਕਰਾਉਣਾ ਚਾਹੀਦਾ ਇਮੀਡੀਏਟਲੀ, ਤੇ ਜਿਹੜੀ ਮੈਡੀਕਲ ਹੈਲਪ ਉਹਨੂੰ ਚਾਹੀਦੀ ਹੈ ਉਹ ਇਮੀਡੀਏਟਲੀ ਉਹਨੂੰ ਪ੍ਰੋਵਾਈਡ ਕਰਾਉਣੀ ਚਾਹੀਦੀ ਹੈਗੀ ਹੈ। ਹੁਣ ਲੀਗਲੀ ਤੌਰ ਤੇ ਮਾਮਲੇ ਨੂੰ ਅੱਗੇ ਲੈ ਕੇ ਜਾਓਗੇ ਜਾਂ ਸਰਕਾਰ ਦੇ ਨਾਲ ਵੀ ਕੋਈ ਆਪਦੀ ਰਿਪੋਰਟਸ ਵਗੈਰਾ ਭੇਜੀ ਹੈ? ਜਿਹੜੀ ਫੈਕਟ ਫਾਈਂਡਿੰਗ ਰਿਪੋਰਟ ਹੈ ਉਹ ਅੱਜ ਅਸੀਂ ਰਿਲੀਜ਼ ਤੁਹਾਡੇ ਸਾਹਮਣੇ ਕੀਤੀ ਹੈ। ਇਸ ਤੋਂ ਬਾਅਦ ਅਸੀਂ ਭੇਜਾਂਗੇ ਵੂਮਨ ਕਮਿਸ਼ਨ ਨੂੰ ਵੀ ਭੇਜਾਂਗੇ। ਹਿਊਮਨ ਰਾਈਟ ਕਮਿਸ਼ਨ ਨੇ ਜਿੱਦਣ ਅਸੀਂ ਗਏ ਆ ਉਸੇ ਦਿਨ ਹੀ ਵਿਜ਼ਿਟ ਕੀਤਾ, ਉਹਨਾਂ ਦੀ 3 ਦਿਨ ਦੀ ਉਹ ਹੈਗੀ ਆ। ਉਹਨਾਂ ਨੇ ਪਹਿਲਾਂ ਇੱਕ ਸਪੈਸ਼ਲ ਫੈਕਟ ਇਹ ਹੈਗਾ ਕਿ ਜਿਹੜੀ ਐਟ ਦਾ ਟਾਈਮ ਆਫ ਅਰੈਸਟਿੰਗ ਜਿਹੜੀ ਕੁੜੀ ਹੈਗੀ ਉਹ ਜੁਵੇਨਾਈਲ ਸੀਗੀ, ਬਿਲੋ 18 ਸੀਗੀ, ਠੀਕ ਹੈ। ਵੂਮਨ ਹਿਊਮਨ ਰਾਈਟ ਕਮਿਸ਼ਨ ਨੇ ਆ ਕੇ ਉਹਨੂੰ ਜੁਵੇਨਾਈਲ ਹੋਮ ਸ਼ਿਫਟ ਕਰਾਇਆ ਹੈਗਾ। 2 ਮਹੀਨੇ ਤੋਂ ਉਹ ਜੇਲ੍ਹ ਦੇ ਵਿੱਚ ਹੀ ਸੀਗੀ, ਠੀਕ ਹੈ। ਤਾਂ ਜਿੱਦਣ 21 ਤਰੀਕ ਤੋਂ ਬਾਅਦ ਹੀ 22 23 3 ਦਿਨ ਇਹ ਰਹੇ ਨੇ ਤੇ ਸ਼ਾਇਦ 23 ਜਾਂ 24 ਨੂੰ ਹੀ शिफ्ट हुए। कब शिफ्ट हुई है सुशीला? हाँ, दूसरे शनिवार को अभी शिफ्ट किया है इन्होंने। तो ये जुवेनाइल थी तो उसकी प्रोसीडिंग्स भी नहीं इन्होंने फॉलो की। तो मतलब इतने लूप होल्स भी हैं और ऊपर से ऐसा है कि लूप होल्स हैं और उनको कवर करने, मतलब सच सामने आना चाहिए, बिल्कुल सही बात है, बट सच को कवर करने के लिए आप पूरी ताकत लगा रहे हैं तो इसका मतलब है कि सच कहीं और है। तो हमारा ये मुद्दा ये उठाने की है कि जो पैट्रियार्कल नोशन सोसाइटी में है, जो पैट्रियार्कल माइंडसेट हमारे दिमागों में चल रहा है, हमें उससे बाहर आके सोचना है। मर्डर केस की प्रोसीडिंग्स चलानी चाहिए, मगर जो उसके एक्यूजेशंस हैं, जो उसके हैं, उसको अनबायस्ड इंक्वायरी उसके ऊपर चलनी चाहिए और वो पुलिस ऑफिसर्स को फौरी तौर पे सस्पेंड करके इंक्वायरी को इनिशिएट करना चाहिए। मतलब कब आपको मालूम चला था कि आपकी बेटी के साथ ऐसा हुआ है और अब किस तरह की अभी आपकी है कि आपको इंसाफ मिले, किस तरह की गुहार लगा रहे हो सरकार और प्रशासन? जी बोलिए। जिस तरह जी मैं पहले मुलाकात पे करनाल जेल गई थी, वहाँ पे मेरे को मालूम पता था मेरी लड़की के साथ में ऐसी घटना हुई है। पहली मुलाकात पे मिलने गई, वहाँ पे वह मेडिकल में जाई हुई थी। वो पुलिस कर्मचारियों ने बोला कि आपकी लड़की बहुत बीमार है, बहुत गंभीर हालत है, उसके शरीर से वेल्डिंग आई हुई है। तो उसी दौरान उस दिन मेरी मुलाकात नहीं होने पाई। उसके बाद तीसरे दिन में मैंने मुलाकात पे आई तो उस दौरान मेरी मुलाकात आई। उस टाइम पे मेरी लड़की ने मेरे से बोला कि मम्मी मेरे साथ ऐसा ऐसा किया है। 2 दिन बड़ौदा थानों में मारपीट की और बलात्कार किया और डंडा शरीर में डाला और कांच की बोतला भी मारी। उसके बाद 2 दिन सीआई में रखा, 2 दिन सीआई गुआना सीआई में रखा। वहाँ भी बलात्कार किया, वहाँ भी मारा, वहाँ भी कांच की बोतला, वहाँ तो बहुत बुरी तरह मारा है, पीछे से बहुत बुरी तरह मारा और शरीर में डंडा भी दिया और कांच की बोतला भी उसके शरीर में घुमाई गई, जैसे उसे जख्म हुआ और उसका शरीर मतलब बिल्कुल पाटा हुआ शरीर बताया उसे कि उसके शरीर में टाके भी आए होते। तो जो करनाल मेडिकल वाले ने जो भी है करनाल जो है पुलिस कर्मचारियों ने वहाँ पर भी मेडिकल में जाती थी, वहाँ पर बोलने नहीं देते कि ये किस तरह हुआ है। उसे जो मेडिकल में जो इसमें सरकारी इसमें मेडिकल में जाते थे वहाँ बोलने नहीं देते थे। लड़की को वहाँ बोल दिया था कि कुछ मत बताना, वैसे ही आ जाती थी। वहाँ पर दवाई दे देते थे, अपने ऐसे ही आ जाते थे। तो जो भी सरकार इसमें
करनाल जेल के अंदर डॉक्टर आए थे, वहीं तो उसने बोला था लड़की मेरे साथ में रेप हुआ है, तो वहाँ भी मना कर दिया, वहाँ पर भी उसका कोई मेडिकल नहीं आया। उसके बाद हमने मांग की थी, उसके बाद एक मेडिकल हुआ है, उसके मेडिकल में भी कुछ नहीं दिखा, उस मेडिकल में भी नॉर्मल दिखा रखा है। तो उसके बाद कोई भी जांच नहीं हो रही, जो भी है पुलिस के मारे उसके में जो एफआईआर दर्ज हुई है, उसके बाद में कोई भी किसी को भी नहीं पकड़ रखा हो, सब ऐसे ही ड्यूटी पे हैं। जो भी कई हैं जो पुलिस कार्य हो, कई ड्यूटी पे हैं और कई बदली अपनी करवा के दूसरी जगह चले गए हैं। अब आपकी मांग क्या है? मेरी मांग ये है जी कि मेरी बेटी को इंसाफ मिलना चाहिए। मेरी मांग है जी, जो जैसे हमारी लड़की को इसे बुरी हालत में रखा है, तो जो रेप करने वाले हों तो अपनी ड्यूटियाँ कर रहे हैं, और जो लड़कियाँ को कुछ नहीं करा हो वो जेल के अंदर सड़ रही हैं, दोनों की दोनों लड़की। और जो लड़का है, ये 5 थे, 4 लड़के 2 लड़कियाँ, ये तीनों 4 2 लड़कियाँ और 3 लड़के वो अंदर जेल में सड़ रहे हैं। जो रेप करने वाले वो बाहर घूम रहे हैं। जिस तरह लड़की थी उनके जो दोस्त थे उसको इनकाउंटर कर दिया है, वही इसका इनकाउंटर करना चाह रहे थे, इसी वजह से ये फिर इसको रेप किया और उसके बाद में इनकाउंटर करना चाह रहे थे। इसकी पता नहीं है कैसे ये राम की वजह से ये जिंदा है, बहुत गंभीर हालत में है। मैं चाह रही हूँ इसका मेडिकल हो और उसको बढ़िया से बढ़िया मेडिकल में दवाई जो भी है वहाँ पर दवाई देते हैं, वो अच्छी दवाई नहीं देते, उसे नशे की दवाई देते हैं, वहाँ पर नशे में तौर पर वहाँ लेटी रहती है। मेरी ये मांग है जी। और जो भी पुलिसकर्मी हैं इनको जिस तरह ये इतना गंभीर आता है, जो उसे पुलिसकर्मी को मारा था उसे उसी तीसरे दिन इनकाउंटर करते था, इनको क्यों नहीं पकड़ रहे? इनको भी कुछ न कुछ होना चाहिए जी। हमारी तो ये मांग है, इंसाफ चाहिए हमें धरती पर हमारी लड़की के लिए। ठीक है जी। वहाँ से बेल पे एक औरत आई, फिर वो ये हैं, इन्होंने उसकी हालत देखी है। नेता वहाँ पे हैं, हाँ जी। क्यों नहीं घेरते उनको आप? हमें एप्लीकेशन लगाई, मैं खुद भी गई हूँ, वो तो कुछ नहीं बोल रही हूँ। धरना इन्होंने लगाया है डिस्ट्रिक्ट कोर्ट के आगे सोनीपत, और अगला धरने की कॉल 29 को दी गई है। 29 तो ऑर्गेनाइजेशन हैं जो साथ दे रही हैं, तो यहाँ से भी एक बेखौफ आज़ादी की टीम वहीं पहुँचेगी प्रोटेस्ट के लिए, क्योंकि ज़रूर एक प्रेशर चाहिए वहाँ।